ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਸੁੰਦਰ ਕੌਰ ਜੀ। 10ਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਸੁਪਤਨੀ ਮਾਤਾ ਸੁੰਦਰ ਕੌਰ ਜੀ ਦੀ ਸੰਸਾਰ ਯਾਤਰਾ ਬੜੀ ਮਹੱਤਵਪੂਰਨ ਸੀ ਤੇ ਦੇਸ਼ ਕੌਮ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਣ ਵਾਲੀ ਜੀਵਨ ਯਾਤਰਾ ਸਾਬਤ ਹੋਈ। ਸਿੱਖ ਇਤਿਹਾਸ ਵਿੱਚ ਉਸ ਤੋਂ ਪਹਿਲਾਂ ਮਾਤਾ ਗੁਜਰ ਕੌਰ ਜੀ ਦਾ ਜੀਵਨ ਤੇ ਮਹਾਨ ਦੇਣ ਰੌਂਗਟੇ ਖੜੇ ਕਰਨ ਵਾਲੀ ਸੀ, ਪਰ ਸੁੰਦਰੀ ਜੀ ਨੇ ਜੀਵਨ ਸੰਘਰਸ਼ ਵਿੱਚ ਜਿਸ ਸੂਝ-ਬੂਝ, ਮਨ ਦੀ ਇਕਾਗਰਤਾ, ਚੜ੍ਹਦੀ ਕਲਾ ਤੇ ਦੂਰ ਦ੍ਰਿਸ਼ਟੀ ਨਾਲ ਚੁਣੌਤੀਆਂ ਦਾ ਟਾਕਰਾ ਕੀਤਾ, ਉਸ ਤੇ ਜਿੰਨਾ ਗੌਰਵ ਕਰੀਏ ਉਹ ਘੱਟ ਹੀ ਹੋਵੇਗਾ। ਪ੍ਰੋਫੈਸਰ ਹਰਬੰਸ ਸਿੰਘ ਦਿੱਲੀ ਨੇ ਇੱਕ ਥਾਂ ਤੇ ਲਿਖਿਆ ਹੈ, ਮਾਤਾ ਸੁੰਦਰੀ ਨਾ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਧਰਮ ਪਤਨੀ ਹੀ ਸੀ, ਸ਼ਹੀਦ ਸਾਹਿਬਜ਼ਾਦਿਆਂ ਦੀ ਮਾਂ ਤੇ ਖਾਲਸਾ ਪੰਥ ਦੀ ਅੱਧੀ ਸਦੀ ਤੱਕ ਅਗਵਾਈ ਕਰਨ ਵਾਲੀ ਬਲਵਾਨ ਆਤਮਾ ਵੀ ਸੀ। ਸਿੱਖ ਇਤਿਹਾਸ ਨੂੰ ਬਣਾਉਣ ਤੇ ਨਵਾਂ ਰੂਪ ਦੇਣ ਵਿੱਚ ਬੇਬੇ ਨਾਨਕੀ, ਮਾਤਾ ਭਾਨੀ, ਮਾਤਾ ਗੁਜਰੀ ਤੇ ਮਾਤਾ ਸੁੰਦਰ ਕੌਰ ਦਾ ਵਿਸ਼ੇਸ਼ ਹਿੱਸਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ 1708 ਈਸਵੀ ਵਿੱਚ ਹਜ਼ੂਰ ਸਾਹਿਬ ਨਾਂਦੇੜ ਵਿਖੇ ਜੋਤੀ ਜੋਤ ਸਮਾ ਜਾਣ ਪਿੱਛੋਂ ਮਾਤਾ ਸੁੰਦਰ ਕੌਰ ਨੇ ਦਿੱਲੀ ਵਿੱਚ ਬੈਠ ਕੇ ਲਗਭਗ 40 ਸਾਲ ਖਾਲਸਾ ਪੰਥ ਦੀ ਅਤ ਬਿਖੜੇ ਸਮੇਂ ਅਗਵਾਈ ਕੀਤੀ। ਡਾਕਟਰ ਮਹਿੰਦਰ ਕੌਰ ਗਿੱਲ ਨੇ ਮਾਤਾ ਸੁੰਦਰੀ ਜੀ ਜੀਵਨੀ ਵਿੱਚ ਮਾਤਾ ਸੁੰਦਰੀ ਜੀ ਦੀ ਜੀਵਨ ਯਾਤਰਾ ਤੇ ਮਹਾਨ ਦੇਣ ਦਾ ਚਰਚਾ ਕਰਦਿਆਂ ਲਿਖਿਆ ਹੈ, ਮਾਤਾ ਸੁੰਦਰੀ ਜੀ ਦਾ ਸਥਾਨ ਭਾਰਤੀ ਨਾਰੀਆਂ ਵਿੱਚੋਂ ਸਰਬ ਪ੍ਰਥਮ ਹੈ। ਸਾਡੇ ਅਵਤਾਰਾਂ ਦੀਆਂ ਪਤਨੀਆਂ ਆਪਣੇ ਉੱਚੇ ਚਰਿੱਤਰ, ਪਤੀ ਪ੍ਰੇਮ ਵਿੱਚ ਸੰਗਲਨ ਤੇ ਪਤੀ ਦੇ ਦੁੱਖ ਸੁੱਖ ਵਿੱਚ ਉਸ ਦੇ ਅੰਗ ਸੰਗ ਰਹਿਣ ਵਿੱਚ ਹੀ ਪੇਸ਼ ਹੁੰਦੀਆਂ ਹਨ। ਸੰਸਾਰ ਭਰ ਦੀਆਂ ਨਾਰੀਆਂ ਵਿੱਚੋਂ ਕਿਸੇ ਅਜਿਹੀ ਨਾਰੀ ਦਾ ਨਾਮ ਸੁਣਨ ਵਿੱਚ ਨਹੀਂ ਆਉਂਦਾ ਜਿਸ ਨੇ ਆਪਣੇ ਪੂਜਨੀਕ ਬਜ਼ੁਰਗ, ਆਪਣੇ ਪਿਆਰੇ ਬੱਚੇ ਤੇ ਆਪਣਾ ਪ੍ਰਾਣ ਪਿਆਰਾ ਪਤੀ ਕੁਰਬਾਨ ਕਰਨ ਤੋਂ ਬਾਅਦ ਵੀ ਆਪਣੇ ਧਰਮ ਦੇ ਪੈਰੋਕਾਰਾਂ ਦੀ ਅਗਵਾਈ ਲੰਮੇ ਸਮੇਂ ਤੱਕ ਕੀਤੀ ਹੋਵੇ। ਕਿਸੇ ਰਹਿਬਰ ਦੀ ਪਤਨੀ ਅਜਿਹੀ ਨਹੀਂ ਹੋਈ ਜੋ ਬਾਅਦ ਵਿੱਚ ਰਹਿਬਰ ਦਾ ਹੀ ਬਦਲ ਬਣ ਗਈ ਹੋਵੇ ਤੇ ਧਰਮ ਦੇ ਮੰਨਣ ਵਾਲੇ ਨਾ ਕੇਵਲ ਉਸ ਦੀ ਪੂਜਾ ਹੀ ਕਰਦੇ ਰਹੇ ਹੋਣ, ਸਗੋਂ ਲੋੜ ਪੈਣ ਤੇ ਬੰਦ ਕਟਵਾ ਸਕਦੇ ਹੋਣ, ਆਪਣੇ ਸਿਰ ਤਲੀ ਤੇ ਰੱਖ ਕੇ ਲੜ ਸਕਦੇ ਹੋਣ। ਮਾਤਾ ਸੁੰਦਰੀ ਜੀ ਨੇ ਨਾ ਕੇਵਲ ਸਿੱਖ ਤੇ ਪੰਜਾਬੀ ਔਰਤਾਂ ਨੂੰ ਜਿਉਣ ਦਾ ਨਵਾਂ ਰਾਹ ਦੱਸਿਆ, ਸਗੋਂ ਸੰਸਾਰ ਦੇ ਸਮੁੱਚੇ ਨਾਰੀ ਸੰਸਾਰ ਨੂੰ ਇੱਕ ਨਵਾਂ ਢੰਗ ਤੇ ਨਵਾਂ ਅੰਦਾਜ਼ ਦਿੱਤਾ। ਇਹ ਸਾਬਤ ਕੀਤਾ ਕਿ ਨਾਰੀ ਜੀਵਨ ਸੰਘਰਸ਼ ਵਿੱਚ ਚੁਣੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਵੀ ਹੈ। ਜਗਤ ਫੇਰੀ। ਮਾਤਾ ਸੁੰਦਰੀ ਦੀ ਜੀਵਨ ਯਾਤਰਾ ਨਾਲ ਸੰਬੰਧਿਤ ਇਤਿਹਾਸਕ ਸਮੱਗਰੀ ਬਹੁਤ ਘੱਟ ਹੈ। ਮਾਤਾ ਸੁੰਦਰੀ ਜੀ ਦਾ ਚਰਚਾ ਗੁਰ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਸੁਪਤਨੀ ਕਰਕੇ ਹੀ ਹੋਇਆ ਹੈ। ਉਹ ਵੀ ਸਿੱਧੇ ਰੂਪ ਵਿੱਚ ਨਹੀਂ, ਘਟਨਾ ਵਿਸ਼ੇਸ਼ ਦੇ ਪ੍ਰਸੰਗ ਵਿੱਚ ਹੀ ਹੁੰਦਾ ਰਿਹਾ ਹੈ, ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਨਹੀਂ। ਇਤਿਹਾਸ ਵਿੱਚੋਂ ਮਿਲਦੇ ਸੂਖਮ ਸੰਕੇਤਾਂ ਨੂੰ ਜੋੜ ਕੇ ਹੀ ਮਾਤਾ ਸੁੰਦਰੀ ਜੀ ਦੀ ਜੀਵਨ ਯਾਤਰਾ ਬਾਰੇ ਕੁਝ ਗੱਲਾਂ ਇਕੱਤਰ ਹੋ ਸਕੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਜੀਵਨ ਬਾਰੇ ਕਾਵਿਕ ਬਿਰਤਾਂਤ ਬਚਿੱਤਰ ਨਾਟਕ ਇੱਕੋ ਇੱਕ ਪ੍ਰਮਾਣਿਕ ਰਚਨਾ ਹੈ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸੁੰਦਰੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਗੁਰੂ ਸਾਹਿਬ ਦੇ ਸਮਕਾਲੀ ਕਵੀ ਸੈਨਾਪਤੀ ਨੇ ਸ੍ਰੀ ਗੁਰ ਸੋਭਾ ਪੁਸਤਕ ਵਿੱਚ ਮਾਤਾ ਸੁੰਦਰੀ ਜੀ ਬਾਰੇ ਮਾਮੂਲੀ ਜਿਹੀ ਜਾਣਕਾਰੀ ਦਿੱਤੀ ਹੈ, ਇੱਥੋਂ ਤੱਕ ਕਿ ਮਾਤਾ ਸੁੰਦਰੀ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਆਹ ਦੀ ਤਾਰੀਖ ਤੇ ਸਮਾਂ ਵੀ ਨਹੀਂ ਦੱਸਿਆ। ਇਸ ਪਿੱਛੋਂ ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮਾ ਵਿੱਚ, ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਵਿੱਚ, ਭਾਈ ਕੇਸਰ ਸਿੰਘ ਨੇ ਗੁਰਪ੍ਰਣਾਲੀ ਵਿੱਚ, ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਮਾਤਾ ਸੁੰਦਰੀ ਜੀ ਦੀ ਜੀਵਨ ਯਾਤਰਾ ਤੇ ਥੋੜਾ ਚਾਨਣਾ ਪਾਇਆ ਹੈ। ਮੈਕਾਲਫ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਦਿਆਂ ਮਾਤਾ ਸੁੰਦਰੀ ਜੀ ਬਾਰੇ ਸੰਕੇਤ ਕੀਤਾ ਹੈ। ਸਾਡੇ ਅੱਜ ਦੇ ਸਮਕਾਲੀ ਲੇਖਕਾਂ ਵਿੱਚੋਂ ਪ੍ਰੋਫੈਸਰ ਹਰਬੰਸ ਸਿੰਘ, ਡਾਕਟਰ ਤਰਲੋਚਨ ਸਿੰਘ, ਪ੍ਰਿਥੀਪਾਲ ਸਿੰਘ ਕਪੂਰ, ਪ੍ਰਿੰਸੀਪਲ ਸਤਵੀਰ ਸਿੰਘ, ਡਾਕਟਰ ਮਹਿੰਦਰ ਕੌਰ ਗਿੱਲ ਤੇ ਪਿਆਰਾ ਸਿੰਘ ਪਦਮ ਆਦਿ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਇਤਿਹਾਸਕ ਸਮੱਗਰੀ ਇਕੱਤਰ ਕਰਦਿਆਂ ਮਾਤਾ ਸੁੰਦਰੀ ਜੀ ਬਾਰੇ ਵੀ ਜਾਣਕਾਰੀ ਦਿੱਤੀ ਹੈ। ਮਾਤਾ ਸੁੰਦਰੀ ਜੀ ਦੀ ਜੀਵਨ ਯਾਤਰਾ ਬਾਰੇ
ਮੁਕੰਮਲ ਪੁਸਤਕ ਡਾਕਟਰ ਮਹਿੰਦਰ ਕੌਰ ਗਿੱਲ ਦੀ ਹੀ 1976 ਵਿੱਚ ਪ੍ਰਕਾਸ਼ਿਤ ਹੋਈ ਸੀ। ਬਹੁਤ ਸਾਰੀ ਸਮੱਗਰੀ ਇਕੱਤਰ ਕਰਕੇ ਜਦ ਇਤਿਹਾਸਕ ਤੱਤ ਜੋੜੇ ਜਾਣ ਤਾਂ ਕਈਆਂ ਦੀ ਜਾਣਕਾਰੀ ਆਪਸ ਵਿੱਚ ਮੇਲ ਨਹੀਂ ਖਾਂਦੀ। ਕਈਆਂ ਦੇ ਸਾਲ, ਸੰਮਤ ਤੇ ਘਟਨਾਵਾਂ ਵੀ ਵੱਖੋ ਵੱਖਰੀਆਂ ਹਨ। ਮਿਸਾਲ ਵਜੋਂ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਨ 1699 ਈਸਵੀ ਨੂੰ ਪੰਜ ਪਿਆਰਿਆਂ ਦੀ ਸਾਜਨਾ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਤਾਂ ਉਸ ਸਮੇਂ ਕਿਸਨੇ ਪਤਾਸੇ ਆ ਕੇ ਉਸ ਵਿੱਚ ਪਾਏ ਸਨ। ਕੁਝ ਦੀ ਲਿਖਤ ਅਨੁਸਾਰ ਪਤਾਸੇ ਪਾਉਣ ਦਾ ਕਾਰਜ ਮਾਤਾ ਅਜੀਤ ਕੌਰ ਜੀ ਨੇ ਕੀਤਾ ਤੇ ਕੁਝ ਇਤਿਹਾਸਕਾਰ ਮਾਤਾ ਸਾਹਿਬ ਕੌਰ ਜੀ ਦਾ ਨਾਮ ਲਿਖਦੇ ਹਨ। ਇਸੇ ਤਰ੍ਹਾਂ ਮਾਤਾ ਸੁੰਦਰੀ ਜੀ ਬਾਰੇ ਵੀ ਵੱਖੋ ਵੱਖ ਜਾਣਕਾਰੀ ਨੂੰ ਅਸੀਂ ਇਸ ਤਰ੍ਹਾਂ ਲੜੀਬੰਦ ਕਰਦੇ ਹਾਂ। ਮਾਤਾ ਸੁੰਦਰੀ ਜੀ ਦਾ ਜਨਮ 1671 ਈਸਵੀ ਨੂੰ ਲਾਹੌਰ ਦੇ ਇੱਕ ਰਈਸ ਖੱਤਰੀ ਭਾਈ ਰਾਮ ਸਰਨ ਜੀ ਦੇ ਘਰ ਹੋਇਆ। ਰਾਮ ਸਰਨ ਜੀ ਵੱਡੇ ਪਰਿਵਾਰ ਵਾਲੇ ਤੇ ਚੰਗੇ ਧਨਾਢ ਵਿਅਕਤੀ ਸਨ। ਇਸ ਨਵੀਂ ਜਨਮੀ ਬੱਚੀ ਦੀ ਸੁੰਦਰਤਾ ਤੇ ਤਿੱਖੇ ਨੈਣ ਨਕਸ਼ਾਂ ਨੂੰ ਦੇਖਦਿਆਂ ਘਰਦਿਆਂ ਨੇ ਮੁੜ ਤੋਂ ਹੀ ਸੁੰਦਰੀ ਬੁਲਾਉਣਾ ਸ਼ੁਰੂ ਕਰ ਦਿੱਤਾ ਤੇ ਮੁੜ ਇਹੀ ਨਾਮ ਪੱਕਾ ਹੋ ਗਿਆ। ਇਹ ਸਾਰਾ ਖਾਨਦਾਨ ਹੀ ਗੁਰੂ ਨਾਨਕ ਨਾਮ ਲੇਵਾ ਸੀ ਤੇ ਜਿੱਥੇ ਕਿਧਰੇ ਵੀ ਨਾਨਕ ਜੋਤ ਗੁਰੂ ਸਾਹਿਬ ਹੁੰਦੇ ਇਸ ਪਰਿਵਾਰ ਦੇ ਲੋਕ ਦਰਸ਼ਨਾਂ ਨੂੰ ਆਉਂਦੇ ਜਾਂਦੇ ਰਹਿੰਦੇ ਸਨ। ਇਸ ਤਰ੍ਹਾਂ ਗੁਰੂ ਪਰਿਵਾਰਾਂ ਨਾਲ ਇਹਨਾਂ ਦੀ ਨੇੜਤਾ ਤੇ ਸਾਂਝ ਕੁਝ ਵਧੇ ਰਹੀ ਸੀ। ਭਾਈ ਰਾਮ ਸਰਨ ਜੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਪਹਿਲਾਂ ਵੀ ਕਈ ਵਾਰ ਸ੍ਰੀ ਅਨੰਦਪੁਰ ਸਾਹਿਬ ਆ ਚੁੱਕੇ ਸਨ। ਬੱਚਿਆਂ ਨੂੰ ਉਸ ਜ਼ਮਾਨੇ ਵਿੱਚ ਵਿਦਿਆਲੇ ਭੇਜ ਕੇ ਪੜ੍ਹਾਉਣ ਦਾ ਰਿਵਾਜ ਘੱਟ ਹੀ ਸੀ। ਘਰ ਵਿੱਚ ਹੀ ਅਧਿਆਪਕ ਦਾ ਪ੍ਰਬੰਧ ਕਰਕੇ ਭਾਸ਼ਾ ਗਿਆਨ ਦਿਵਾ ਲਿਆ ਜਾਂਦਾ ਸੀ। ਭਾਈ ਰਾਮ ਸਰਨ ਜੀ ਨੇ ਵੀ ਇਸੇ ਤਰ੍ਹਾਂ ਕੀਤਾ ਹੋਵੇਗਾ ਤੇ ਸੁੰਦਰੀ ਜੀ ਨੂੰ ਚੰਗਾ ਪੜ੍ਹਾ ਲਿਖਾ ਦਿੱਤਾ। ਇਸ ਬਾਰੇ ਭਾਵੇਂ ਇਤਿਹਾਸਕਾਰਾਂ ਨੇ ਕੋਈ ਵਿਸ਼ੇਸ਼ ਚਾਨਣਾ ਨਹੀਂ ਪਾਇਆ, ਪਰ ਜਿਸ ਤਰ੍ਹਾਂ ਮਾਤਾ ਸੁੰਦਰੀ ਜੀ ਨੇ ਪਿੱਛੋਂ ਜਾ ਕੇ ਸਾਹਿਤਕ ਸੂਝ-ਬੂਝ ਤੇ ਸਾਹਿਤਕ ਰਚਨਾਵਾਂ ਦੀ ਸੰਭਾਲ ਕੀਤੀ, ਉਸ ਤੋਂ ਪ੍ਰਤੱਖ ਹੈ ਕਿ ਉਹ ਆਪ ਪੜ੍ਹੇ ਲਿਖੇ ਸਨ। ਸੁੰਦਰ ਸਰੂਪ ਤੇ ਸੁਘੜ ਸਿਆਣੀ ਧਨਾਢ ਘਰ ਦੀ ਧੀ ਸੁੰਦਰੀ ਜੀ ਦਾ ਬਚਪਨ ਮਾਪਿਆਂ ਦੇ ਘਰ ਬਹੁਤ ਹੀ ਲਾਡ ਪਿਆਰ ਤੇ ਖੁਸ਼ੀਆਂ ਨਾਲ ਬੀਤਿਆ। ਜਦੋਂ ਬੱਚੀ 12 ਸਾਲਾਂ ਦੀ ਹੋਈ ਤਾਂ ਮਾਂ ਪਿਓ ਨੂੰ ਉਹਦੇ ਵਿਆਹ ਦੀ ਚਿੰਤਾ ਹੋਣ ਲੱਗੀ ਤੇ ਉਹਨਾਂ ਨੇ ਲਾਡਲੀ ਬੱਚੀ ਸੁੰਦਰੀ ਲਈ ਵਾਰ ਘਰ ਲੱਭਣਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਦੀ ਸੁੰਦਰ ਤੇ ਜਵਾਨ ਬੱਚੀ ਹੋ ਰਹੀ ਸੀ ਉਸ ਤਰ੍ਹਾਂ ਦਾ ਹੀ ਉਹਦੇ ਲਈ ਵਰ ਚਾਹੀਦਾ ਸੀ। ਜਿਸ ਤਰ੍ਹਾਂ ਮਾਪੇ ਕਈ ਥਾਂ ਗੱਲ ਸ਼ੁਰੂ ਕਰਨ ਦੀ ਸੋਚਦੇ ਹਨ ਤੇ ਫਿਰ ਕੁਦਰਤ ਵੱਲੋਂ ਨਿਸ਼ਚਿਤ ਥਾਂ ਤੇ ਜਾ ਕੇ ਸੰਜੋਗ ਰਲ ਜਾਂਦਾ ਹੈ, ਉਸੇ ਤਰ੍ਹਾਂ ਭਾਈ ਰਾਮ ਸਰਨ ਜੀ ਵੀ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਆਏ ਤੇ ਇੱਥੇ ਗੁਰੂ ਸਾਹਿਬ ਦੀ ਭਰ ਜਵਾਨੀ ਤੇ ਚਿਹਰੇ ਦਾ ਪ੍ਰਭਾਵ ਵੇਖ ਕੇ ਪਰਿਵਾਰ ਵਿੱਚੋਂ ਕਿਸੇ ਨੇ ਕਹਿ ਦਿੱਤਾ ਕਿ ਸੁੰਦਰੀ ਲਈ ਤਾਂ ਗੁਰੂ ਸਾਹਿਬ ਵਰਗਾ ਜਵਾਨ ਵਰ ਚਾਹੀਦਾ ਹੈ। ਬਸ ਇੱਥੇ ਹੀ ਫੈਸਲਾ ਹੋ ਗਿਆ ਕਿ ਰਿਸ਼ਤੇ ਦੀ ਗੱਲ ਕਰਕੇ ਜਾਣਾ ਹੈ। ਗੁਰੂ ਸਾਹਿਬ ਨਾਲ ਸਿੱਧੀ ਗੱਲਬਾਤ ਦਾ ਕਿਸੇ ਨੂੰ ਹੌਸਲਾ ਨਾ ਪਿਆ, ਪਰ ਮਾਤਾ ਗੁਜਰੀ ਜੀ ਤੇ ਮਾਮਾ ਕਿਰਪਾਲ ਜੀ ਨਾਲ ਗੱਲ ਭਾਈ ਰਾਮ ਸਰਨ ਜੀ ਨੇ ਕੀਤੀ ਤੇ ਮਨ ਦਾ ਵਿਚਾਰ ਸਾਂਝਾ ਕੀਤਾ। ਉਹਨਾਂ ਨੇ ਰਿਸ਼ਤਾ ਪ੍ਰਵਾਨ ਕਰ ਲਿਆ। ਭਾਈ ਰਾਮ ਸਰਨ ਜੀ ਦੀ ਜ਼ਬਰਦਸਤ ਇੱਛਾ ਸੀ ਕਿ ਉਹ ਆਪਣੀ ਲੜਕੀ ਦੀ ਸ਼ਾਦੀ ਲਾਹੌਰ ਵਿੱਚ ਹੀ ਕਰਨ ਤੇ ਗੁਰੂ ਸਾਹਿਬ ਜੰਝ ਲੈ ਕੇ ਲਾਹੌਰ ਆਉਣ। ਕਿਸੇ ਤਰ੍ਹਾਂ ਉਹਨਾਂ ਮਾਤਾ ਜੀ ਤੋਂ ਇਹ ਵਚਨ ਲੈ ਲਿਆ। ਜਦ ਮਾਤਾ ਗੁਜਰੀ ਤੇ ਮਾਮਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਹਾਲਾਤ ਅਜਿਹੇ ਹਨ ਕਿ ਸਾਡਾ ਲਾਹੌਰ ਜੰਝ ਲੈ ਕੇ ਜਾਣਾ ਸੰਭਵ ਨਹੀਂ। ਸਮੇਂ ਦੀ ਹਕੂਮਤ ਨਾਲ ਵਿਗਾੜ ਹੈ। ਪਹਾੜੀ ਰਾਜੇ ਵੀ ਅੰਦਰੋਂ ਅੰਦਰੀ ਸਾਜ਼ਿਸ਼ਾਂ ਕਰ ਰਹੇ ਹਨ। ਦੂਰ ਲਾਹੌਰ ਜੰਝ ਲੈ ਕੇ ਜਾਣਾ ਖਤਰੇ ਤੋਂ ਖਾਲੀ ਨਹੀਂ। ਕਿਧਰੇ ਸਪਸ਼ਟਤਾ ਲਿਖਿਆ ਨਹੀਂ ਮਿਲਦਾ, ਪਰ ਅਨੁਮਾਨ ਹੈ ਕਿ ਮਾਤਾ ਗੁਜਰੀ ਜੀ ਨੇ ਆਖਿਆ ਹੋਵੇਗਾ ਕਿ ਮੈਂ ਵਚਨ ਦੇ ਚੁੱਕੀ ਹਾਂ ਤੇ ਭਾਈ ਰਾਮ ਸਰਨ ਦੀ ਸ਼ਰਤ ਪ੍ਰਵਾਨ ਕਰ ਚੁੱਕੀ ਹਾਂ, ਇਸ ਲਈ ਕੋਈ ਰਾਹ ਕੱਢਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਅੱਛਾ ਤੁਸੀਂ ਵਚਨ ਦੇ ਚੁੱਕੇ ਹੋ ਤਾਂ ਉਸ ਨੂੰ ਪੂਰਾ ਕਰਾਂਗੇ। ਅਸੀਂ ਜੰਝ ਲੈ ਕੇ ਲਾਹੌਰ ਜਾਣਾ ਹੈ ਤਾਂ ਅਸੀਂ ਅਨੰਦਪੁਰ ਦੇ ਨੇੜੇ ਆਪਣਾ ਇੱਕ ਨਵਾਂ ਸ਼ਹਿਰ ਲਾਹੌਰ ਵਸਾ ਲੈਂਦੇ ਹਾਂ। ਭਾਈ ਰਾਮ ਸਰਨ ਦੀ ਇੱਛਾ ਤੇ ਤੁਹਾਡਾ ਵਚਨ ਦੋਵੇਂ ਪੂਰੇ ਹੋ ਜਾਣਗੇ। ਗੁਰੂ ਸਾਹਿਬ ਨੇ ਅਨੰਦਪੁਰ ਤੋਂ 10 ਕੁ ਮੀਲ ਦੂਰ ਇੱਕ ਵੱਡਾ ਇਲਾਕਾ ਮੁੱਲ ਲੈ ਕੇ ਉੱਥੇ ਲਾਹੌਰ ਸ਼ਹਿਰ ਆਬਾਦ ਕਰਨ ਦੀ ਯੋਜਨਾ ਬਣਾ ਕੇ ਮਾਮਾ ਕਿਰਪਾਲ ਚੰਦ ਜੀ ਨੂੰ ਨਵੇਂ ਨਗਰ ਦੀ ਉਸਾਰੀ ਦਾ ਇੰਚਾਰਜ ਤੇ ਪ੍ਰਬੰਧਕ ਲਾ ਦਿੱਤਾ। ਭਾਈ ਰਾਮ ਸਰਨ ਜੀ ਨੇ ਪਹਿਲਾਂ ਤਾਂ ਕਿਹਾ ਕਿ ਉਹਨਾਂ ਦੇ ਸ਼ਹਿਰ ਲਾਹੌਰ ਵਰਗੀ ਇਸ ਨਵੇਂ ਲਾਹੌਰ ਵਿੱਚ ਰੌਣਕ ਨਹੀਂ ਹੋਵੇਗੀ, ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਫੈਸਲਾ ਦੇ ਦਿੱਤਾ ਤੇ ਕਹਿ ਦਿੱਤਾ
ਕਿ ਤੁਸੀਂ ਖਾਨਦਾਨ ਤੇ ਸਾਕ ਸੰਬੰਧੀਆਂ ਨੂੰ ਲੈ ਕੇ ਪਹੁੰਚ ਜਾਣਾ, ਬਾਕੀ ਸਾਰਾ ਪ੍ਰਬੰਧ ਹੋ ਜਾਏਗਾ। ਸੱਚਮੁੱਚ ਕੁਝ ਮਹੀਨਿਆਂ ਵਿੱਚ ਹੀ ਸ਼ਹਿਰ ਆਬਾਦ ਹੋ ਗਿਆ। ਹਰ ਤਰ੍ਹਾਂ ਦੇ ਵਪਾਰੀ ਉੱਥੇ ਆ ਗਏ ਤੇ ਨਵਾਂ ਸ਼ਹਿਰ ਗੁਰੂ ਕਾ ਲਾਹੌਰ ਰਖਵਾਉਣ ਲੱਗ ਪਿਆ। ਮਸੰਦਾਂ ਰਾਹੀਂ ਸਾਰੇ ਭਾਰਤ ਤੋਂ ਗੁਰੂ ਘਰ ਦੇ ਸ਼ਰਧਾਲੂ ਵਪਾਰੀਆਂ ਅਤੇ ਕਾਰੀਗਰਾਂ ਨੂੰ ਲਾਹੌਰ ਆਉਣ ਦਾ ਸੱਦਾ ਦਿੱਤਾ ਗਿਆ, ਜਿਸ ਸਦਕਾ ਝਟਪਟ ਸ਼ਹਿਰ ਵਿੱਚ ਰੌਣਕਾਂ ਹੋ ਗਈਆਂ। ਗੁਰੂ ਸਾਹਿਬ ਜੰਝ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਕੇ ਲਾਹੌਰ ਪਹੁੰਚੇ ਤੇ ਉੱਥੇ ਸ਼ਾਹੀ ਠਾਠ ਨਾਲ ਹਾਥੀ ਘੋੜਿਆਂ ਤੇ ਜੰਝ ਚੜੀ। ਭਾਈ ਰਾਮ ਸਰਨ ਤੇ ਉਹਨਾਂ ਦੇ ਖਾਨਦਾਨ ਨੇ ਸ਼ਾਨਦਾਰ ਸਵਾਗਤ ਕੀਤਾ ਤੇ ਅਗਲੇ ਦਿਨ ਆਨੰਦ ਕਾਰਜ ਹੋਇਆ। ਮਾਤਾ ਸੁੰਦਰੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਆਹ 1685 ਈਸਵੀ ਨੂੰ ਹੋਇਆ। ਇਸ ਵਿਆਹ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 19 ਸਾਲ ਤੇ ਮਾਤਾ ਸੁੰਦਰੀ ਜੀ ਦੀ ਉਮਰ 14 ਸਾਲ ਸੀ। ਇਉਂ ਉਮਰ ਵਿੱਚ ਮਾਤਾ ਸੁੰਦਰੀ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ 5 ਸਾਲ ਛੋਟੇ ਸਨ। ਗੁਰੂ ਗੋਬਿੰਦ ਸਿੰਘ ਜੀ ਦੇ 2 ਮਹਿਲ ਸਨ, ਮਾਤਾ ਸੁੰਦਰੀ ਜੀ ਤੇ ਮਾਤਾ ਜੀਤੋ ਜੀ। ਦੋਵੇਂ ਲਾਹੌਰ ਦੇ ਖੱਤਰੀਆਂ ਦੀਆਂ ਧੀਆਂ ਸਨ ਤੇ ਦੋਹਾਂ ਦਾ ਵਿਆਹ ਗੁਰੂ ਕੇ ਲਾਹੌਰ ਆ ਕੇ ਹੋਇਆ। ਕੁਝ ਇਤਿਹਾਸਕਾਰਾਂ ਤੇ ਸਾਖੀਕਾਰਾਂ ਨੇ ਮਾਤਾ ਜੀਤੋ ਜੀ ਨੂੰ ਗੁਰੂ ਜੀ ਦੇ ਮਹਿਲ ਲਿਖਿਆ ਹੈ, ਪਰ ਅਸੀਂ ਪ੍ਰੋਫੈਸਰ ਹਰਬੰਸ ਸਿੰਘ ਤੇ ਡਾਕਟਰ ਮਹਿੰਦਰ ਕੌਰ ਦੀ ਇਸ ਰਾਏ ਨੂੰ ਠੀਕ ਸਮਝਦੇ ਹਾਂ ਕਿ ਮਾਤਾ ਸੁੰਦਰੀ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਧਰਮ ਸੁਪਤਨੀ ਸੀ। ਮਾਤਾ ਸੁੰਦਰੀ ਜੀ ਦੇ ਘਰ 1699 ਈਸਵੀ ਨੂੰ ਵਿਆਹ ਤੋਂ 4 ਸਾਲ ਬਾਅਦ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਦਾ ਜਨਮ ਹੋਇਆ। ਇਸ ਵਿਚਾਰ ਨਾਲ ਸਾਰੇ ਵਿਦਵਾਨ ਤੇ ਖੋਜੀ ਸਹਿਮਤ ਹਨ ਕਿ ਮਾਤਾ ਸੁੰਦਰੀ ਜੀ ਦੀ ਸੰਤਾਨ ਕੇਵਲ ਇੱਕ ਸਾਹਿਬਜ਼ਾਦਾ ਸੀ ਤੇ ਬਾਕੀ ਦੇ 3 ਸਾਹਿਬਜ਼ਾਦੇ ਜੁਝਾਰ ਸਿੰਘ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਮਾਤਾ ਜੀਤੋ ਜੀ ਦੀ ਕੁੱਖੋਂ ਜਨਮ ਲਿਆ। ਮਾਤਾ ਜੀਤੋ ਜੀ 1700 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੀ ਕੁਝ ਸਮਾਂ ਬਿਮਾਰ ਰਹਿ ਕੇ ਅਕਾਲ ਚਲਾਣਾ ਕਰ ਗਏ। ਇਹਨਾਂ ਸਾਲਾਂ ਵਿੱਚ ਹੀ ਰੋਹਤਾਸ ਦੀ ਸੰਗਤ ਸ੍ਰੀ ਅਨੰਦਪੁਰ ਸਾਹਿਬ ਆਈ ਤੇ ਉਹਨਾਂ ਨਾਲ ਭਾਈ ਰਾਣਾ ਵੀ ਪਰਿਵਾਰ ਸਮੇਤ ਆਇਆ। ਉਹਨੇ ਸੰਗਤ ਸਮੇਤ ਹਾਜ਼ਰ ਹੋ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਲੜਕੀ ਸਾਹਿਬ ਦੇਵਾਂ ਦਾ ਵਿਆਹ ਗੁਰੂ ਜੀ ਨਾਲ ਕਰਨ ਦਾ ਸੰਕਲਪ ਕਰਕੇ ਆਇਆ ਹੈ। ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਇਹ ਸੰਭਵ ਨਹੀਂ, ਮੈਂ ਤਾਂ ਬ੍ਰਹਮਚਰਜ ਧਾਰਨ ਕਰ ਚੁੱਕਿਆ ਹਾਂ। ਭਾਈ ਰਾਣਾ ਜੀ ਨੇ ਆਪਣੀ ਮੁਸ਼ਕਲ ਤੇ ਹੋਣ ਵਾਲੀ ਬਦਨਾਮੀ ਦੱਸੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹਨੂੰ ਕੁਆਰਾ ਡੋਲਾ ਬਣ ਕੇ ਰਹਿਣਾ ਪਵੇਗਾ। ਜੇ ਇਹ ਸਵੀਕਾਰ ਹੈ ਤਾਂ ਛੱਡ ਜਾਓ। ਉਹ ਸੱਚਮੁੱਚ ਸਾਹਿਬ ਦੇਵਾ ਨੂੰ ਛੱਡ ਗਏ। ਮੁਗਲਾਂ ਦੇ ਰਿਕਾਰਡ ਵਿੱਚ ਵੀ ਮਾਤਾ ਸਾਹਿਬ ਦੇਵਾ ਨੂੰ ਕੁਆਰਾ ਡੋਲਾ ਹੀ ਲਿਖਿਆ ਹੋਇਆ ਹੈ। ਪਿੱਛੋਂ ਜਾ ਕੇ ਗੁਰੂ ਸਾਹਿਬ ਨੇ ਮਾਤਾ ਸਾਹਿਬ ਦੇਵਾ ਨੂੰ ਖਾਲਸੇ ਦੀ ਮਾਤਾ ਦੀ ਪਦਵੀ ਦਿੱਤੀ। ਮਾਤਾ ਸਾਹਿਬ ਕੌਰ ਵੀ ਆਪਣੇ ਜੀਵਨ ਕਾਲ ਵਿੱਚ ਬਹੁਤ ਸਮਾਂ ਮਾਤਾ ਸੁੰਦਰੀ ਜੀ ਪਾਸ ਦਿੱਲੀ ਵਿੱਚ ਹੀ ਰਹੇ। ਵਿਆਹ ਪਿੱਛੋਂ 1 ਸਾਲ ਮਾਤਾ ਸੁੰਦਰੀ ਜੀ ਸ੍ਰੀ ਅਨੰਦਪੁਰ ਸਾਹਿਬ ਰਹੇ। ਲਾਹੌਰ ਤੋਂ ਬਿਲਕੁਲ ਵੱਖਰਾ ਮਾਹੌਲ ਤੇ ਵਾਤਾਵਰਣ ਸੀ, ਪਰ ਮਾਤਾ ਗੁਜਰੀ ਜੀ ਵਰਗੀ ਸੁਘੜ ਸਿਆਣੀ ਸੱਸ ਤੇ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਬਲੀ ਪਰਮ ਮਨੁੱਖ ਦੀ ਸੰਗਤ ਵਿੱਚ ਆਨੰਦਮਈ ਸਮਾਂ ਗੁਜ਼ਰਨ ਲੱਗਾ। ਅਗਲੇ ਸਾਲ 1686 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਨਾਹਨ ਰਿਆਸਤ ਵਿੱਚ ਉੱਥੋਂ ਦੇ ਰਾਜੇ ਦੇ ਸੱਦੇ ਤੇ ਚਲੇ ਗਏ ਤੇ ਜਮਨਾ ਦੇ ਕੰਢੇ ਪੌਂਟਾ ਸਾਹਿਬ ਨਾਮ ਦਾ ਨਵਾਂ ਨਗਰ ਵਸਾ ਕੇ ਉੱਥੇ ਮਿਥੀ ਯੋਜਨਾ ਅਨੁਸਾਰ ਭਵਿੱਖ ਬਾਰੇ ਪ੍ਰੋਗਰਾਮ ਤਿਆਰ ਕਰਨ ਲੱਗ ਪਏ। ਇੱਕ ਪਾਸੇ ਸੈਨਿਕ ਸਿਖਲਾਈ ਦਾ ਕਾਰਜ ਤੇਜ਼ ਹੋ ਗਿਆ ਤੇ ਦੂਜੇ ਪਾਸੇ ਸਾਹਿਤ ਸਿਰਜਣਾ ਹੋਣ ਲੱਗੀ। ਗੁਰੂ ਸਾਹਿਬ ਦੇ ਦਰਬਾਰ ਵਿੱਚ ਦੇਸ਼ ਦੇ ਉੱਘੇ 52 ਕਵੀ ਆ ਗਏ ਤੇ ਨਿੱਤ ਕਵੀ ਦਰਬਾਰ ਲੱਗਣ ਲੱਗ ਪਏ। ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਤੇ ਕੀਰਤਨ ਹੁੰਦਾ, ਸ਼ਾਮ ਨੂੰ ਢਾਡੀ ਵਾਰਾਂ ਸੁਣਾਉਂਦੇ, ਰਾਤ ਨੂੰ ਕਵੀ ਦਰਬਾਰ ਹੁੰਦੇ। ਮਾਤਾ ਸੁੰਦਰੀ ਜੀ ਨੇ ਪਤੀ ਦੇ ਹਰ ਕਾਰਜ ਵਿੱਚ ਦਿਲਚਸਪੀ ਦਿਖਾਈ ਤੇ ਹਰ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤੀ ਬਾਣੀ ਪੌਂਟਾ ਸਾਹਿਬ ਵਿੱਚ ਰਹਿ ਕੇ ਹੀ ਉਚਾਰੀ। ਅਕਾਲ ਉਸਤਤ ਦੀ ਰਚਨਾ ਇੱਥੇ ਹੀ ਹੋਈ। ਮਾਤਾ ਸੁੰਦਰੀ ਉਹਨਾਂ ਰਚਨਾਵਾਂ ਨੂੰ ਸੰਭਾਲਦੀ, ਉਹਦੀਆਂ ਕਾਪੀਆਂ ਕਰਵਾਉਂਦੀ ਤੇ ਇਸ ਦੇ ਨਾਲ ਹੀ ਗੁਰੂ ਕੇ ਲੰਗਰ ਦੀ ਤਿਆਰੀ ਦਾ ਪ੍ਰਬੰਧ ਦੇਖਦੀ। ਪੌਂਟਾ ਸਾਹਿਬ ਵਿੱਚ ਹੀ ਮਾਤਾ ਸੁੰਦਰੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਡੀ ਚਰਿੱਤਰ ਤੇ ਚੰਡੀ ਦੀ ਵਾਰ ਰਚਦਿਆਂ ਵੇਖਿਆ। ਇੱਥੇ ਰਹਿ ਕੇ ਹੀ ਗੁਰੂ ਜੀ ਨੂੰ 22 ਧਾਰ ਦੇ ਰਾਜਿਆਂ ਨਾਲ ਆਪਣੇ ਜੀਵਨ ਕਾਲ ਦਾ ਪਹਿਲਾ ਯੁੱਧ
ਭੰਗਾਣੀ ਦੇ ਮੈਦਾਨ ਵਿੱਚ ਲੜਨਾ ਪਿਆ। ਗੁਰੂ ਸਾਹਿਬ ਦੀ ਬਖਸ਼ੀ ਚੜ੍ਹਦੀ ਕਲਾ ਤੇ ਸਵੈ ਭਰੋਸੇ ਸਦਕਾ ਜਨ ਸਾਧਾਰਨ ਦੀ ਮੌਕੇ ਤੇ ਇਕੱਠੀ ਕੀਤੀ ਫੌਜ ਨੇ ਸਿਖਲਾਈ ਪ੍ਰਾਪਤ ਫੌਜਾਂ ਤੇ ਜਿੱਤ ਹਾਸਲ ਕਰ ਲਈ। ਮਾਤਾ ਸੁੰਦਰੀ ਅੰਦਰ ਵੀ ਇਹਨਾਂ ਘਟਨਾਵਾਂ ਦਾ ਅਸਰ ਹੋਇਆ। ਵਾਤਾਵਰਣ ਨੇ ਕੋਮਲ ਭਾਵੀ ਨਾਰੀ ਨੂੰ ਕਠਨ ਸਥਿਤੀ ਤੇ ਜੀਵਨ ਵਿੱਚ ਭਿੰਨ-ਭਿੰਨ ਕਿਸਮ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਬਣਾ ਦਿੱਤਾ। ਜੋ ਭੂਮਿਕਾ ਉਹਨਾਂ ਅੱਗੋਂ ਜਾ ਕੇ ਨਿਭਾਉਣੀ ਸੀ, ਉਸ ਲਈ ਚੇਤ ਅਚੇਤ ਤਿਆਰੀ ਮਾਤਾ ਸੁੰਦਰੀ ਦੀ ਪੌਂਟਾ ਸਾਹਿਬ ਵਿੱਚ ਹੀ ਹੋਣ ਲੱਗ ਪਈ ਸੀ। ਇੱਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਹੋਇਆ। ਇਉਂ ਜਾਪਦਾ ਹੈ ਕਿ ਜੰਗ ਭੰਗਾਣੀ ਦੀ ਜਿੱਤ ਪਿੱਛੋਂ ਜਨਮੇ ਬਾਲਕ ਦਾ ਨਾਮ ਜਿੱਤ ਨਾਲ ਸੰਬੰਧਿਤ ਕਰਕੇ ਅਜੀਤ ਸਿੰਘ ਰੱਖਿਆ ਗਿਆ। ਕੁਝ ਹੀ ਸਮੇਂ ਪਿੱਛੋਂ ਮਾਤਾ ਸੁੰਦਰੀ ਆਪਣੇ ਪਤੀ, ਸੱਸ ਤੇ ਮਾਤਾ ਜੀਤੋ ਜੀ ਨਾਲ ਪੌਂਟਾ ਸਾਹਿਬ ਤੋਂ ਮੁੜ ਸ੍ਰੀ ਅਨੰਦਪੁਰ ਸਾਹਿਬ ਆ ਗਏ। ਅਗਲੇ 10 ਸਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਿਸ ਤਰ੍ਹਾਂ ਬੀਤੇ, ਉਹ ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਲਿਖੀਆਂ ਰਚਨਾਵਾਂ ਤੋਂ ਸਪਸ਼ਟ ਹਨ। ਇਸ ਪਿੱਛੋਂ 1699 ਈਸਵੀ ਨੂੰ ਵਿਸਾਖੀ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਦੇ ਸਥਾਨ ਤੇ ਇੱਕ ਵਿਸ਼ੇਸ਼ ਸਿੱਖ ਸਮੂਹ ਦਾ ਇਕੱਠ ਕੀਤਾ ਗਿਆ। ਸਾਰੇ ਦੇਸ਼ ਵਿੱਚ ਉਚੇਚੇ ਹੁਕਮਨਾਮੇ ਭੇਜ ਕੇ ਸਿੱਖ ਸੰਗਤਾਂ ਨੂੰ ਸੱਦਿਆ ਗਿਆ। ਇੱਥੇ 5 ਪਿਆਰਿਆਂ ਦੀ ਅਲੌਕਿਕ ਢੰਗ ਨਾਲ ਚੋਣ ਹੋਈ ਤੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਿੱਖਾਂ ਨੂੰ ਸਿੰਘ ਸਜਾ ਦਿੱਤਾ ਗਿਆ। ਕੁਝ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਸ਼ਾਰੇ ਤੇ ਮਾਤਾ ਜੀਤੋ ਜੀ ਨੇ ਤਿਆਰ ਹੋ ਰਹੇ ਅੰਮ੍ਰਿਤ ਦੇ ਬਾਟੇ ਵਿੱਚ ਪਤਾਸੇ ਆ ਕੇ ਪਾਏ ਤੇ ਕੁਝ ਲੇਖਕਾਂ ਨੇ ਮਾਤਾ ਸਾਹਿਬ ਦੇਵਾਂ ਦਾ ਨਾਮ ਲਿਖਿਆ ਹੈ। ਡਾਕਟਰ ਮਹਿੰਦਰ ਕੌਰ ਗਿੱਲ ਦੀ ਰਚਨਾ ਜੀਵਨੀ ਮਾਤਾ ਸੁੰਦਰੀ ਜੀ ਵਿੱਚ ਲਿਖਿਆ ਹੈ, ਗੁਰੂ ਜੀ ਦੇ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਗੁਰੂ ਪਰਿਵਾਰ ਦੀ ਵਾਰੀ ਸੀ। ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ ਤੇ 3 ਸਾਹਿਬਜ਼ਾਦਿਆਂ ਨੇ ਵੀ ਅੰਮ੍ਰਿਤ ਪਾਨ ਕੀਤਾ। ਫਤਿਹ ਸਿੰਘ ਉਸੇ ਸਾਲ ਹੀ ਜਨਮੇ ਸਨ। ਇਸ ਤੋਂ ਜਾਪਦਾ ਹੈ ਕਿ ਡਾਕਟਰ ਮਹਿੰਦਰ ਕੌਰ ਗਿੱਲ ਨੇ ਇਸ ਲਈ ਮਾਤਾ ਸਾਹਿਬ ਦੇਵਾ ਦਾ ਨਾਮ ਨਹੀਂ ਲਿਖਿਆ, ਕਿਉਂਕਿ ਉਹਨਾਂ ਦਾ ਮਤ ਹੈ ਕਿ ਅਜੇ ਮਾਤਾ ਸਾਹਿਬ ਦੇਵਾ ਨਹੀਂ ਸੀ ਆਈ। ਉਹਨਾਂ ਅਨੁਸਾਰ ਮਾਤਾ ਸਾਹਿਬ ਦੇਵਾ ਮਾਤਾ ਜੀਤੋ ਜੀ ਦੇ ਅਕਾਲ ਚਲਾਣੇ ਪਿੱਛੋਂ 1701 ਈਸਵੀ ਨੂੰ ਗੁਰੂ ਘਰ ਵਿੱਚ ਆਏ ਸਨ। ਫਿਰ ਕਿਸ ਤਰ੍ਹਾਂ ਕੁਝ ਇਤਿਹਾਸਕਾਰਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਮਾਤਾ ਸਾਹਿਬ ਦੇਵਾ ਦਾ ਪਤਾਸੇ ਪਾਉਣ ਦਾ ਕਾਰਜ ਲਿਖਿਆ ਹੈ। ਇਸ ਤੱਥ ਨਾਲ ਵੀ ਸਾਰੇ ਇਤਿਹਾਸਕਾਰ ਸਹਿਮਤ ਹਨ ਕਿ ਉਸ ਜ਼ਮਾਨੇ ਤੋਂ ਹੀ ਅੰਮ੍ਰਿਤ ਛਕਾਉਣ ਦੀ ਰਸਮ ਸਮੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਦਾ ਨਾਮ ਲਿਆ ਜਾਂਦਾ ਹੈ। ਮਾਤਾ ਸਾਹਿਬ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਮਾਤਾ ਦੀ ਪਦਵੀ ਦਿੱਤੀ। 1701 ਈਸਵੀ ਤੋਂ 1704 ਈਸਵੀ ਤੱਕ ਦਾ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਜੰਗਾਂ ਯੁੱਧਾਂ ਦਾ ਸਮਾਂ ਰਿਹਾ ਤੇ ਕਈ ਵਾਰ ਮੁਗਲ ਰਾਜ ਦੀਆਂ ਫੌਜਾਂ ਤੇ ਲਾਹੌਰ, ਸਰਹੰਦ ਤੇ ਪਹਾੜੀ ਰਾਜਿਆਂ ਦੇ ਹਮਲੇ ਹੋਏ। ਗੁਰੂ ਗੋਬਿੰਦ ਸਿੰਘ ਜੀ ਹਰ ਹਮਲੇ ਨੂੰ ਪਛਾੜਦੇ ਰਹੇ। ਮੁਗਲ ਰਾਜ ਦੇ ਕਈ ਜਰਨੈਲਾਂ ਦਾ ਸ੍ਰੀ ਅਨੰਦਪੁਰ ਸਾਹਿਬ ਫਤਿਹ ਕਰਨ ਦਾ ਸੁਪਨਾ ਤੋੜਿਆ। ਔਰੰਗਜ਼ੇਬ ਦਾ ਪੁੱਤਰ ਮੁਅੱਜ਼ਮ ਵੀ ਇੱਕ ਵਾਰ ਗੁਰੂ ਸਾਹਿਬ ਜੀ ਵਿਰੁੱਧ ਚੜ੍ਹਾਈ ਲਈ ਲਾਹੌਰ ਆਇਆ, ਪਰ ਉਹ ਭਾਈ ਨੰਦ ਲਾਲ ਗੋਇਆ ਦੀ ਸਿਆਣਪ ਨਾਲ ਹਮਲਾਵਰ ਦੀ ਥਾਂ ਮਿੱਤਰ ਬਣ ਕੇ ਮੁੜ ਗਿਆ। ਇਸ ਸੰਕਟ ਦੇ ਸਮੇਂ ਕਈ ਵਾਰ ਕਮਜ਼ੋਰ ਦਿਲ ਲੋਕ ਮਾਤਾ ਗੁਜਰੀ ਜੀ ਪਾਸ ਤਾਂ ਗਏ ਕਿ ਉਹ ਗੁਰੂ ਜੀ ਨੂੰ ਕਹਿ ਕੇ ਇਸ ਮਾਹੌਲ ਨੂੰ ਬਦਲਣ, ਪਰ ਕਿਸੇ ਦੀ ਜੁਰਤ ਮਾਤਾ ਸੁੰਦਰੀ ਜੀ ਪਾਸ ਜਾਣ ਦੀ ਨਾ ਹੋਈ, ਕਿਉਂਕਿ ਮਾਤਾ ਜੀ ਕਲਗੀਧਰ ਜੀ ਦੇ ਕਿਸੇ ਕਾਰਜ ਵਿੱਚ ਢਹਿੰਦੀ ਕਲਾ ਵਾਲੀ ਗੱਲ ਕਰਨ ਲਈ ਤਿਆਰ ਨਹੀਂ ਸਨ। ਉਹ ਤਾਂ ਹਰ ਸੰਘਰਸ਼ ਵਿੱਚ ਉਤਸ਼ਾਹ ਦੇਣ ਵਾਲੀ ਤੇ ਸਹਿਯੋਗ ਕਰਨ ਵਾਲੀ ਬਲਵਾਨ ਆਤਮਾ ਸੀ। ਉਹਨਾਂ ਇੱਕ ਵਾਰ ਵੀ ਨਹੀਂ ਜਤਾਇਆ ਕਿ ਅਸੀਂ ਔਖੇ ਹਾਂ ਜਾਂ ਇਸ ਸੰਕਟ ਵਿੱਚ ਸਾਨੂੰ ਕੋਈ ਥੁੜ ਜਾਂ ਡਰ ਮਹਿਸੂਸ ਹੁੰਦਾ ਹੈ। ਸੰਕਟ ਦੀ ਇਸ ਸਥਿਤੀ ਵਿੱਚ ਇੱਕ ਮੌਕਾ ਅਜਿਹਾ ਵੀ ਆਇਆ ਕਿ ਜਦੋਂ ਕੁਝ ਸਿੰਘ ਸਾਥ ਛੱਡ ਗਏ ਤੇ ਬੇਦਾਵਾ ਲਿਖ ਕੇ ਦੇ ਗਏ, ਪਰ ਉਸ ਸਮੇਂ ਵੀ ਪਰਿਵਾਰ ਘਬਰਾਇਆ ਨਹੀਂ ਤੇ ਇਸ ਪਿੱਛੇ ਪ੍ਰੇਰਨਾ ਸਰੋਤ ਮਾਤਾ ਗੁਜਰੀ ਜੀ ਤੇ ਮਾਤਾ ਸੁੰਦਰ ਕੌਰ ਜੀ ਹੀ ਸਨ। ਕਿਸੇ ਇਤਿਹਾਸਕਾਰ ਨੇ ਮਾਤਾ ਸੁੰਦਰੀ ਜੀ ਦੇ ਇਸ ਸਮੇਂ ਦੇ ਕਿਰਦਾਰ ਤੇ ਵੇਰਵੇ ਨਾਲ ਚਾਨਣਾ ਨਹੀਂ ਪਾਇਆ। ਜਦੋਂ ਦਸੰਬਰ 1704 ਈਸਵੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪਰਿਵਾਰ ਤੇ ਸਿੱਖਾਂ ਸਮੇਤ
ਸ੍ਰੀ ਅਨੰਦਪੁਰ ਸਾਹਿਬ ਛੱਡਣਾ ਪਿਆ ਤਾਂ ਉਸ ਸਮੇਂ ਮੁਗਲ ਫੌਜਾਂ ਤੇ ਬਾਈਧਾਰ ਦੇ ਰਾਜਿਆਂ ਨੇ ਆਪਣੀਆਂ ਖਾਧੀਆਂ ਕਸਮਾਂ ਤੋੜ ਕੇ ਪਿੱਛੋਂ ਹਮਲਾ ਕਰ ਦਿੱਤਾ। ਇੱਕ ਤਾਂ ਕੜਾਕੇ ਦੀ ਸਰਦੀ, ਦੂਜਾ ਸਰਸਾ ਨਦੀ 'ਚ ਆਇਆ ਹੜ੍ਹ, ਤੀਜੇ ਪਾਸੇ ਦੁਸ਼ਮਣ ਦੀ ਲੱਖਾਂ ਦੀ ਫੌਜ ਦਾ ਹਮਲਾ। ਗੁਰੂ ਸਾਹਿਬ ਨੇ ਮੁਗਲਾਂ ਵੱਲੋਂ ਕਸਮਾਂ ਤੋੜ ਕੇ ਕੀਤੀ ਅਧਰਮਾਂ ਵਾਲੀ ਗੱਲ ਬਾਰੇ ਔਰੰਗਜ਼ੇਬ ਨੂੰ ਲਿਖਤੀ ਜਾਂ ਜ਼ੁਬਾਨੀ ਸੰਦੇਸ਼ ਭੇਜਿਆ ਤੇ ਇਸ ਕਾਰਜ ਲਈ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਦੇਵਾਂ ਜੀ ਤੇ ਭਾਈ ਮਨੀ ਸਿੰਘ ਜੀ ਨੂੰ ਦਿੱਲੀ ਜਾਣ ਦਾ ਆਦੇਸ਼ ਦਿੱਤਾ। ਇਹ ਤੁਰੰਤ ਸਰਸਾ ਨਦੀ ਪਾਰ ਕਰਕੇ ਗਿਣੇ ਮਿੱਥੇ ਪ੍ਰੋਗਰਾਮ ਅਨੁਸਾਰ ਦਿੱਲੀ ਪਹੁੰਚ ਗਏ। ਬਾਕੀ ਪਰਿਵਾਰ ਨਦੀ ਪਾਰ ਕਰਦਿਆਂ ਰਾਤ ਦੇ ਹਨੇਰੇ ਵਿੱਚ 2 ਹਿੱਸਿਆਂ ਵਿੱਚ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ ਤੇ ਕੁਝ ਸਿੰਘਾਂ ਸਮੇਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਜਾ ਪਹੁੰਚੇ ਤੇ ਉੱਥੇ ਇੱਕ ਹਵੇਲੀ ਨੂੰ ਗੜੀ ਦਾ ਰੂਪ ਦੇ ਕੇ ਜੰਗ ਚਮਕੌਰ ਦੀ ਲੜੀ ਤੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ। ਇਹ ਸਾਕਾ 22 ਦਸੰਬਰ 1704 ਈਸਵੀ ਨੂੰ ਵਾਪਰਿਆ। ਠੀਕ 5 ਦਿਨਾਂ ਪਿੱਛੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਆਪਣੀ ਦਾਦੀ ਮਾਤਾ ਗੁਜਰ ਕੌਰ ਜੀ ਸਮੇਤ ਸਰਹੰਦ ਦੇ ਨਵਾਬ ਵਜੀਦ ਖਾਂ ਦੀ ਕੈਦ ਵਿੱਚ ਪਹੁੰਚਣ ਪਿੱਛੋਂ ਆਪਣਾ ਧਰਮ ਨਾ ਬਦਲਣ ਤੇ ਜ਼ਾਲਮ ਸਰਕਾਰ ਅੱਗੇ ਨਾ ਝੁਕਣ ਤੇ ਬਗਾਵਤ ਦੇ ਦੋਸ਼ ਅਧੀਨ ਜਿਉਂਦਿਆਂ ਕੰਧਾਂ ਵਿੱਚ ਚਿਣ ਦਿੱਤੇ ਗਏ ਤੇ ਮਾਤਾ ਗੁਜਰ ਕੌਰ ਜੀ ਨੂੰ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਵੱਡੇ 2 ਸਾਹਿਬਜ਼ਾਦਿਆਂ ਦੀ ਸ਼ਹੀਦੀ ਪਿਤਾ ਗੁਰਦੇਵ ਦੇ ਸਾਹਮਣੇ ਹੋਈ ਤੇ 2 ਛੋਟਿਆਂ ਦੀ ਸ਼ਹੀਦੀ ਦਾਦੀ ਮਾਤਾ ਗੁਜਰ ਕੌਰ ਜੀ ਦੇ ਸਾਹਮਣੇ ਹੋਈ। ਦੋਹਾਂ ਪੁੱਤਰਾਂ ਦੀ ਸ਼ਹੀਦੀ ਸਮੇਂ ਮਾਤਾ ਸੁੰਦਰ ਕੌਰ ਜੀ ਉੱਥੇ ਮੌਜੂਦ ਨਹੀਂ ਸਨ। ਮਾਤਾ ਸੁੰਦਰ ਕੌਰ ਜੀ ਨੂੰ ਇਹ ਹਿਰਦੇ ਵੇਦਕ ਸਮਾਚਾਰ ਕਾਫੀ ਸਮੇਂ ਪਿੱਛੋਂ ਦਿੱਲੀ ਵਿੱਚ ਮਿਲੇ। ਮਾਤਾ ਸੁੰਦਰ ਕੌਰ ਜੀ ਨੂੰ ਕਿਉਂ ਦਿੱਲੀ ਭੇਜਿਆ, ਉਹ ਕਿਸ ਤਰ੍ਹਾਂ ਤੇ ਕਿੱਥੇ-ਕਿੱਥੇ ਪੜਾਅ ਕਰਕੇ ਦਿੱਲੀ ਪਹੁੰਚੇ, ਇਸ ਬਾਰੇ ਇਤਿਹਾਸਕਾਰਾਂ ਨੇ ਸਵਿਸਥਾਰ ਕੁਝ ਨਹੀਂ ਦੱਸਿਆ। ਸ਼ਾਇਦ ਉਹਨਾਂ ਨੇ ਇਸ ਸਫ਼ਰ ਦੀ ਮਹੱਤਤਾ ਨੂੰ ਨਹੀਂ ਸਮਝਿਆ ਜਾਂ ਉਹਨਾਂ ਨੂੰ ਵੀ ਕੁਝ ਪਤਾ ਨਹੀਂ ਲੱਗ ਸਕਿਆ। ਕੇਵਲ ਇੰਨਾ ਹੀ ਸੰਕੇਤ ਮਾਤਰ ਮਿਲਦਾ ਹੈ ਕਿ ਸਰਸਾ ਨਦੀ ਦੇ ਕੰਢੇ ਪਰਿਵਾਰ ਵਿਛੋੜੇ ਦੇ ਅਸਥਾਨ ਤੇ ਹੀ ਦਿੱਲੀ ਦੇ 2 ਸਿੰਘ ਭਾਈ ਜਵਾਹਰ ਸਿੰਘ ਤੇ ਭਾਈ ਧੰਨਾ ਸਿੰਘ ਬੜੀ ਮੁਸ਼ਕਿਲ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚੇ ਤੇ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਤੇ ਫਿਰ ਕਿਹਾ ਕਿ ਮਾਤਾ ਸੁੰਦਰ ਕੌਰ ਜੀ ਨੂੰ ਸਾਡੇ ਨਾਲ ਦਿੱਲੀ ਭੇਜੋ। ਗੁਰੂ ਸਾਹਿਬ ਨੇ ਦਿੱਲੀ ਦੇ ਇਹਨਾਂ ਸਿੰਘਾਂ ਨਾਲ ਹੋਈ ਗੱਲਬਾਤ ਦੀ ਰੋਸ਼ਨੀ ਵਿੱਚ ਪੇਸ਼ਕਸ਼ ਪ੍ਰਵਾਨ ਕਰ ਲਈ। ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਨੂੰ ਮਰਦਾਵੇਂ ਭੇਸ ਵਿੱਚ ਭਾਈ ਮਨੀ ਸਿੰਘ ਦਿੱਲੀ ਦੇ 2 ਸਿੰਘਾਂ ਤੇ 2 ਨੌਕਰਾਣੀਆਂ ਦੇ ਨਾਲ ਦਿੱਲੀ ਵੱਲ ਤੋਰ ਦਿੱਤਾ। ਇਤਿਹਾਸ ਵਿੱਚ ਉਹਨਾਂ 2 ਟਹਿਲਣਾਂ ਦੇ ਨਾਮ ਭਾਗੋ ਤੇ ਬੀਬੋ ਲਿਖੇ ਹੋਏ ਮਿਲਦੇ ਹਨ। ਇਹਨਾਂ ਨੂੰ ਪਹਿਲਾਂ ਨਦੀ ਪਾਰ ਕਰਵਾਈ ਤੇ ਪਿੱਛੋਂ ਆਪ ਇਸ ਨਦੀ ਵਿੱਚ ਠਿਲ ਪਏ। ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ 3 ਮਰਦ ਤੇ 2 ਔਰਤਾਂ ਹੋਰ ਸਨ। ਇਉਂ 7 ਮਨੁੱਖ ਇਕੱਠੇ ਜਾਂਦੇ ਤਾਂ ਛੁਪ ਹੀ ਨਹੀਂ ਸਨ ਸਕਦੇ। ਸਿੰਘ ਦੀ ਸ਼ਕਲ ਸੂਰਤ ਤੇ ਨਿਰਾਲਾ ਸਰੂਪ ਤਾਂ ਛੁਪਣ ਦੀ ਗੁੰਜਾਇਸ਼ ਹੀ ਨਹੀਂ ਛੱਡਦਾ। ਦਿੱਲੀ ਤੱਕ ਇਹ 200 ਮੀਲ ਤੋਂ ਵਧੇਰਾ ਸਫ਼ਰ ਇਸ ਜੱਥੇ ਨੇ ਕਿਵੇਂ ਤੈਅ ਕੀਤਾ? ਰਾਹ ਵਿੱਚ ਕਿੱਥੇ-ਕਿੱਥੇ ਵਿਸ਼ਰਾਮ ਕੀਤਾ, ਕੀ ਮੁਸੀਬਤਾਂ ਝਾਗੀਆਂ ਤੇ ਸੰਕਟ ਦਾ ਕਿਸ ਤਰ੍ਹਾਂ ਟਾਕਰਾ ਕੀਤਾ, ਇਸ ਬਾਰੇ ਇਤਿਹਾਸ ਚੁੱਪ ਹੈ। ਇਹ ਸਾਰਾ ਹਾਲ ਖੋਜ ਦਾ ਵਿਸ਼ਾ ਹੈ ਤੇ ਆਸ ਹੈ ਕਿ ਇਤਿਹਾਸ ਦੇ ਖੋਜੀ ਇਸ ਬਾਰੇ ਅਗਲੇ ਕੁਝ ਸਮੇਂ ਵਿੱਚ ਚਾਨਣਾ ਪਾਉਣ ਦਾ ਯਤਨ ਜ਼ਰੂਰ ਕਰਨਗੇ। ਦਿੱਲੀ ਪਹੁੰਚ ਕੇ ਇਹ ਸਾਰੇ ਅਜਮੇਰੀ ਗੇਟ ਦੇ ਅੰਦਰ ਹੌਜ਼ ਕਾਜ਼ੀ ਦੇ ਖੇਤਰ ਵਿੱਚ ਕੂਚਾ ਦਿਲਵਾਲੀ ਸਿੰਘ ਵਿੱਚ ਪਹੁੰਚੇ ਤੇ ਦਿੱਲੀ ਦੇ 2 ਸਿੰਘਾਂ ਜਵਾਹਰ ਸਿੰਘ ਤੇ ਧੰਨਾ ਸਿੰਘ ਦੇ ਘਰ ਠਹਿਰੇ। ਇਹਨਾਂ ਨੇ ਆਪਣੀ ਇਹ ਖੁੱਲੀ ਹਵੇਲੀ ਵਰਗਾ ਮਕਾਨ ਮਾਤਾਵਾਂ ਲਈ ਰਾਖਵਾਂ ਕਰ ਦਿੱਤਾ ਤੇ ਆਪ ਨਾਲ ਦੇ ਮਕਾਨ ਵਿੱਚ ਰਹਿਣ ਲੱਗ ਪਏ। ਇੱਥੇ ਹੀ ਦਿੱਲੀ ਦੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਮਾਤਾਵਾਂ ਜੀ ਦੇ ਦਰਸ਼ਨ ਕਰਨ ਤੇ ਧਾਰਮਿਕ ਦੀਵਾਨਾਂ ਵਿੱਚ ਹਿੱਸਾ ਲੈਣ ਲਈ ਆਉਣ ਲੱਗ ਪਈਆਂ। ਇੱਥੇ ਪਿੱਛੋਂ ਜਾ ਕੇ ਗੁਰਦੁਆਰਾ ਸਾਹਿਬ ਵੀ ਬਣ ਗਿਆ ਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਦਿੱਲੀ ਦੀ ਸਿੱਖ ਸੰਗਤ ਇਸੇ ਅਸਥਾਨ ਤੇ ਜੁੜ ਕੇ ਮਨਾਉਣ ਲੱਗ ਪਈ। ਫੇਰ ਜਦ ਰਾਜਸੀ ਦਬਾਅ ਪਿਆ ਤਾਂ ਗੁਰਦੁਆਰੇ ਦੀ ਥਾਂ ਢਹਿ ਗਈ
ਤੇ ਮੁੜ ਮੰਦਰ ਬਣ ਗਿਆ। ਸੀਸਗੰਜ ਦੇ ਆਖਰੀ ਮਹੰਤ ਗੁਰਬਚਨ ਸਿੰਘ ਅਨੁਸਾਰ ਇੱਥੇ 1947 ਤੱਕ ਗੁਰਦੁਆਰਾ ਸਾਹਿਬ ਸੀ ਤੇ ਉੱਥੇ ਗਿਆਨੀ ਸਰਨ ਸਿੰਘ ਗ੍ਰੰਥੀ ਸੀ। 1947 ਦੇ ਘੱਲੂਘਾਰੇ ਤੇ ਫਸਾਦਾਂ ਵਿੱਚ ਗ੍ਰੰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਸੀਸਗੰਜ ਪਹੁੰਚ ਗਿਆ ਤੇ ਫਿਰ ਕਿਧਰੇ ਚਲਾ ਗਿਆ। ਉਦੋਂ ਹੀ ਗੁਰਦੁਆਰੇ ਦੀ ਥਾਂ ਮੰਦਰ ਨੇ ਲੈ ਲਈ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਮੁਕਤਸਰ ਦੀ ਜੰਗ ਜਿੱਤ ਕੇ ਸਾਬੋਂ ਦੀ ਤਲਵੰਡੀ ਦਮਦਮਾ ਸਾਹਿਬ ਬਠਿੰਡੇ ਨੇੜੇ ਆ ਟਿਕੇ ਤੇ ਇੱਥੇ ਮੁੜ ਕੇ ਵਿਦਵਾਨਾਂ ਦੀ ਸੰਗਤ ਲੱਗਣ ਲੱਗ ਪਈ ਤਾਂ ਮਾਤਾ ਸੁੰਦਰ ਕੌਰ ਜੀ ਉਚੇਚੇ ਤੌਰ ਤੇ ਮਿਲਣ ਲਈ ਭਾਈ ਮਨੀ ਸਿੰਘ ਜੀ ਦੇ ਨਾਲ ਆਏ ਤੇ ਆਪਣੇ ਪੁੱਤਰਾਂ ਦੀ ਸ਼ਹੀਦੀ ਦੇ ਸਮਾਚਾਰ ਗੁਰੂ ਸਾਹਿਬ ਜੀ ਤੋਂ ਸੁਣ ਕੇ ਵਾਪਸ ਦਿੱਲੀ ਚਲੇ ਗਏ। ਜਦ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਦੁਬਾਰਾ ਦਿੱਲੀ ਆਈਆਂ ਤਾਂ ਕੂਚਾ ਦਿਲਵਾਲੀ ਸਿੰਘ ਦੀ ਥਾਂ ਜਾਮਾ ਮਸਜਿਦ ਦੇ ਨੇੜੇ ਮਟੀਆ ਮਹਿਲ ਵਿੱਚ ਜਲਾਲਾਂ ਦੀ ਹਵੇਲੀ ਵਿੱਚ ਡੇਰੇ ਲਾਏ। ਇਹ ਹਵੇਲੀ ਵੀ ਭਾਈ ਜਵਾਹਰ ਸਿੰਘ ਦੀ ਹੀ ਸੀ। ਇੱਥੇ ਨੇੜੇ ਹੀ ਭਾਈ ਜੀਵਨ ਸਿੰਘ ਰਹਿੰਦੇ ਸਨ, ਜਿਨ੍ਹਾਂ ਨੂੰ ਮਾਤਾ ਸੁੰਦਰ ਕੌਰ ਜੀ ਨੇ ਦਸਮੇਸ਼ ਪਿਤਾ ਦੇ ਉਹ 5 ਸ਼ਸਤਰ ਸੰਭਾਲਣ ਲਈ ਦਿੱਤੇ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਨੰਦੇੜ ਵਿੱਚ ਮਾਤਾ ਸਾਹਿਬ ਕੌਰ ਜੀ ਨੂੰ ਸੰਭਾਲ ਕੇ ਰੱਖਣ ਲਈ ਆਪਣੀ ਨਿਸ਼ਾਨੀ ਵਜੋਂ ਦਿੱਤੇ ਸਨ। ਇਹ ਮਕਾਨ ਵੀ ਪਿੱਛੋਂ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਪ੍ਰਕਾਸ਼ ਹੁੰਦਾ ਰਿਹਾ ਹੈ। ਇਸ ਸਥਾਨ ਤੇ ਆਖਰੀ ਮਹੰਤ ਪ੍ਰੇਮ ਸਿੰਘ ਅਰੋੜਾ ਸੀ ਤੇ ਉਹਨੇ ਇਹ ਅਸਥਾਨ ਇੱਕ ਮੁਸਲਮਾਨ ਪਾਸ ਵੇਚ ਦਿੱਤਾ ਤੇ ਹੁਣ ਵੀ ਇਸ ਮਕਾਨ ਵਿੱਚ ਉਸੇ ਮੁਸਲਮਾਨ ਦੀ ਸੰਤਾਨ ਰਹਿ ਰਹੀ ਹੈ। ਦਮਦਮਾ ਸਾਹਿਬ ਤੋਂ ਮਾਤਾ ਸੁੰਦਰ ਕੌਰ ਜੀ 1706 ਈਸਵੀ ਵਿੱਚ ਹੋ ਕੇ ਆਏ ਤੇ ਅਗਲੇ ਸਾਲ 1707 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਆਏ ਤੇ ਮਾਤਾ ਸੁੰਦਰੀ ਜੀ ਉਹਨਾਂ ਨੂੰ ਗੁਰਦੁਆਰਾ ਮੋਤੀ ਬਾਗ ਵਾਲੀ ਥਾਂ ਤੇ ਹੀ ਜਾ ਕੇ ਮਿਲੇ। ਜਿਸ ਕਾਰਜ ਲਈ ਉਹ ਦਿੱਲੀ ਰਹਿ ਰਹੇ ਸਨ ਉਸ ਦੀ ਰਿਪੋਰਟ ਦਿੱਤੀ। ਗੁਰੂ ਸਾਹਿਬ ਨੇ ਮਾਤਾ ਸੁੰਦਰ ਕੌਰ ਜੀ ਨੂੰ ਉਹ ਮਹੱਤਵਪੂਰਨ ਕਾਰਜ ਨੇਪਰੇ ਚਾੜਨ ਲਈ ਦਿੱਲੀ ਵਿੱਚ ਹੀ ਰਹਿਣ ਦੀ ਆਗਿਆ ਕੀਤੀ, ਪਰ ਮਾਤਾ ਸਾਹਿਬ ਦੇਵਾਂ ਜੀ ਨੂੰ ਆਪਣੇ ਨਾਲ ਦੱਖਣ ਵੱਲ ਲੈ ਗਏ ਤੇ 1708 ਈਸਵੀ ਵਿੱਚ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਮਾਤਾ ਸਾਹਿਬ ਦੇਵਾਂ ਜੀ ਨੂੰ ਨਿਸ਼ਾਨੀ ਵਜੋਂ 5 ਸ਼ਸਤਰ ਦੇ ਕੇ ਮਾਤਾ ਸੁੰਦਰ ਕੌਰ ਜੀ ਪਾਸ ਹੀ ਦਿੱਲੀ ਰਹਿਣ ਲਈ ਭੇਜ ਦਿੱਤਾ। ਦਿੱਲੀ ਦੀ ਸਿੱਖ ਸੰਗਤ ਨੇ ਦਿੱਲੀ ਦਰਵਾਜ਼ੇ ਦੇ ਬਾਹਰ ਜ਼ਮੀਨ ਲੈ ਕੇ ਉਹਦੀ ਮਲਕੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਸੁਪੁੱਤਰ ਗੁਰੂ ਤੇਗ ਬਹਾਦਰ ਦੇ ਨਾਮ ਕਰਵਾ ਕੇ ਉੱਥੇ ਮਾਤਾ ਜੀ ਦੇ ਰਹਿਣ ਲਈ ਹਵੇਲੀ ਬਣਾ ਦਿੱਤੀ। ਇਸੇ ਥਾਂ ਹੁਣ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ 39 ਸਾਲ ਮਾਤਾ ਸੁੰਦਰ ਕੌਰ ਜੀ ਦਿੱਲੀ ਰਹੇ। ਇੱਕ ਤਾਂ ਸਿੱਖ ਧਰਮ ਦਾ ਪ੍ਰਚਾਰ ਜਥੇਬੰਦ ਕੀਤਾ, ਦੂਜਾ ਕੌਮ ਨੂੰ ਇੱਕ ਮੁਕੰਮਲ ਨੇਤਾ ਦੇ ਰੂਪ ਵਿੱਚ ਹਰ ਸੰਕਟ ਸਮੇਂ ਅਗਵਾਈ ਦਿੱਤੀ। ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਬਣਾ ਕੇ ਭੇਜਿਆ ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਇਕੱਤਰ ਕਰਕੇ 10ਮ ਗ੍ਰੰਥ ਸੰਪੂਰਨ ਕਰਵਾਇਆ। ਮਾਤਾ ਜੀ ਨੇ ਇੱਕ ਅਜੀਤ ਸਿੰਘ ਨਾਮੀ ਬੱਚੇ ਨੂੰ ਲੈ ਪਾਲਕ ਪੁੱਤਰ ਬਣਾਇਆ ਜੋ ਵੱਡਾ ਹੋ ਕੇ ਅਤ ਮਾੜਾ ਨਿਕਲਿਆ। ਮਾਤਾ ਜੀ ਨੂੰ ਸੁੱਖ ਦੇਣ ਦੀ ਥਾਂ ਉਹਨੇ ਦੁੱਖ ਦਿੱਤਾ ਤੇ ਫਿਰ ਬੁਰੀ ਮੌਤ ਤੇ ਮਰ ਵੀ ਗਿਆ। ਦਿੱਲੀ ਰਹਿੰਦਿਆਂ 2 ਵਾਰ ਮਾਤਾ ਸੁੰਦਰੀ ਜੀ ਮਥੁਰਾ ਗਏ ਤੇ ਕੁਝ ਸਮਾਂ ਰਹਿ ਕੇ ਮੁੜ ਵਾਪਸ ਦਿੱਲੀ ਆ ਜਾਂਦੇ ਰਹੇ। 1747 ਈਸਵੀ ਨੂੰ ਦਿੱਲੀ ਵਿੱਚ ਹੀ ਮਾਤਾ ਸੁੰਦਰ ਕੌਰ ਜੀ ਚੜ੍ਹਾਈ ਕਰ ਗਏ। ਉਹਨਾਂ ਦੀ ਪਹਿਲਾਂ ਪ੍ਰਗਟਾਈ ਇੱਛਾ ਅਨੁਸਾਰ ਮਾਤਾ ਸੁੰਦਰੀ ਜੀ ਦਾ ਅੰਤਮ ਸੰਸਕਾਰ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸੰਸਕਾਰ ਅਸਥਾਨ ਦੇ ਨਾਲ ਹੀ ਕੀਤਾ ਗਿਆ। ਅੰਗੀਠੇ ਦੀ ਯਾਦਗਾਰ ਹੁਣ ਤੱਕ ਕਾਇਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।